हाँ जी, सो सत श्री अकाल साਰਿਆਂ ਨੂੰ। ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ YouTube ਚੈਨਲ ਸਟੱਡੀ ਬਜ਼ਰ ਤੇ। ਸੋ ਜਿਵੇਂ ਕਿ ਤੁਹਾਨੂੰ ਕਿਹਾ ਗਿਆ ਸੀ ਕਿ EDT 6635 ਨੂੰ ਟਾਰਗੇਟ ਬਣਾ ਕੇ ਜਿਹੜਾ ਆਪਾਂ ਅੱਜ ਸ਼ੁਰੂ ਕਰਨ ਜਾ ਰਹੇ ਹਾਂ। ਸੋ ਇਹਦੇ 'ਚ ਜਿਹੜੀ ਚੀਜ਼ਾਂ ਤੁਹਾਡੇ ਲਈ ਇੰਪੋਰਟੈਂਟ ਨੇ ਉਹ ਤੁਸੀਂ ਯਾਦ ਰੱਖਿਓ ਜੀ। ਆਪਣਾ ਜਿਹੜਾ ਬੈਚ ਹੈ ਉਹ ਸ਼ੁਰੂ ਹੋ ਚੁੱਕਿਆ ਜੀ। 5994 ਨੂੰ ਟਾਰਗੇਟ ਬਣਾ ਕੇ ਜਿਹੜਾ ਆਪਾਂ ਬੈਚ ਸ਼ੁਰੂ ਕਰਨ ਜਾ ਰਹੇ ਹਾਂ ਜੀ। ਤੇ SST ਦਾ ਪਹਿਲਾ ਜਿਹੜਾ ਲੈਕਚਰ ਹੈ ਆਪਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਧਿਆਨ 'ਚ ਰੱਖਦੇ ਹੋਏ ਉਹਨਾਂ ਦੇ ਨਾਮ ਤੋਂ ਹੀ ਸ਼ੁਰੂ ਕਰਨ ਜਾ ਰਹੇ ਹਾਂ ਜੀ। ਸੋ ਜੇਕਰ ਤੁਹਾਨੂੰ ਲੱਗਦਾ ਹੈ ਕਿ ਇਹ ਵੀਡੀਓ ਤੁਹਾਡੇ ਲਈ ਹੈਲਪਫੁਲ ਹੈ ਤਾਂ ਵੀਡੀਓ ਨੂੰ ਲਾਈਕ ਕਰਨਾ, ਆਪਣੇ ਫਰੈਂਡਸ ਨਾਲ ਸ਼ੇਅਰ ਕਰਨਾ, ਤੇ ਜੇਕਰ ਤੁਸੀਂ ਚੈਨਲ ਤੇ ਨਵੇਂ ਚੱਲ ਕੇ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਸੋ ਵਿਦਆਊਟ ਵੇਸਟਿੰਗ ਟਾਈਮ ਜਿਹੜਾ ਆਪਣਾ ਲੈਕਚਰ ਸ਼ੁਰੂ ਕਰਦੇ ਹਾਂ ਜੀ। ਅੱਜ ਦਾ ਜਿਹੜਾ ਆਪਣਾ ਲੈਕਚਰ ਰਹਿਣ ਵਾਲਾ ਹੈ ਜੀ ਉਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਤੋਂ ਹੀ ਸ਼ੁਰੂ ਕਰਾਂਗੇ। ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ, ਐਸੇ ਵਿਚਾਰਾਂ ਦੇ ਬਾਨੀ ਤੁਸੀਂ ਕਹਿ ਸਕਦੇ ਹੋ ਸ਼੍ਰੀ ਗੁਰੂ ਨਾਨਕ ਦੇਵ ਜੀ। ਆਪਣਾ SST ਦੇ ਵਿੱਚ 4 ਪਾਰਟ ਰਹਿਣ ਵਾਲੇ ਹੈ ਜੀ। ਜਿਓਗ੍ਰਾਫੀ, ਇਕਨੋਮਿਕਸ, ਹਿਸਟਰੀ ਤੇ ਪੋਲੀਟੀਕਲ ਸਾਇੰਸ। ਹਿਸਟਰੀ ਦਾ ਟੌਪਿਕ ਹੈ ਤੁਹਾਡਾ ਸ਼੍ਰੀ ਗੁਰੂ ਨਾਨਕ ਦੇਵ ਜੀ। ਇਹ PPT ਹੈ ਜਿਹੜੀ ਤੁਹਾਨੂੰ ਟੈਲੀਗ੍ਰਾਮ ਤੇ ਵੀ ਸ਼ੇਅਰ ਕਰ ਦਿੱਤੀ ਜਾਊਗੀ, ਤੇ ਇਸ ਤੋਂ ਇਲਾਵਾ ਜਿਹੜਾ ਹੋਰ ਵੀ ਜਿੱਥੇ ਕੋਈ ਕੁਐਸਚਨ ਬਣਦੇ ਹੋ ਤੁਹਾਡੇ ਨਾਲ ਸਾਂਝੇ ਕਰ ਦਿੱਤੇ ਜਾਣਗੇ। ਇਹ ਸੈਸ਼ਨ ਤੁਹਾਡਾ ਕੰਟੈਂਟ ਬੇਸ ਹੈ। ਇਸ ਤੋਂ ਬਾਅਦ ਜਿਹੜੇ MCQ ਬਣਦੇ ਹੋ ਤੁਹਾਡੇ ਨਾਲ ਜ਼ਰੂਰ ਸਾਂਝੇ ਕੀਤੇ ਜਾਣਗੇ ਜੀ। ਸੋ ਆਪਾਂ ਜਿਹੜੀ ਗੱਲ ਕਰ ਸਕਦੇ ਹਾਂ ਕਿ ਕੁਝ ਜਿਹੜੀਆਂ ਚੀਜ਼ਾਂ ਇੰਪੋਰਟੈਂਟ ਬਣਨਗੀਆਂ ਤੁਹਾਡੇ ਨਾਲ ਮੈਂ ਜ਼ਰੂਰ ਸਾਂਝੇ ਕਰੂੰਗਾ। ਜਿਵੇਂ ਫੋਰ ਐਗਜ਼ਾਮਪਲ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਬਰਥ ਹੈ ਜਿਹੜਾ ਮੈਂ ਇੱਥੇ ਇੰਪੋਰਟੈਂਟ ਮਾਰਕ ਕਰ ਦਿੰਦਾ ਵੀ ਇਹ ਇੰਪੋਰਟੈਂਟ ਹੈ ਤੁਹਾਡੇ ਲਈ ਬਰਥ। ਸੋ ਜਿਹੜੀ ਆਪਾਂ ਸਭ ਤੋਂ ਪਹਿਲੀ ਚੀਜ਼ ਧਿਆਨ 'ਚ ਰੱਖਣੀ ਹੈ, ਜਿਹੜਾ ਕੁਐਸਚਨ ਬਣ ਸਕਦਾ ਤੁਹਾਡਾ, ਉਹ ਇਹ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਹੈਗੇ ਜਿਹੜੇ ਉਹ ਫਾਊਂਡਰ ਆਫ ਸਿੱਖੀਜ਼ਮ ਕਾਊਂਟ ਕੀਤੇ ਜਾਂਦੇ ਆ ਜੀ। ਫਾਊਂਡਰ ਆਫ ਸਿੱਖੀਜ਼ਮ ਪਹਿਲਾ ਕੁਐਸਚਨ ਤਾਂ ਹੀ ਬਣ ਸਕਦਾ, ਹੂ ਇਜ਼ ਦਾ ਫਾਊਂਡਰ ਆਫ ਸਿੱਖੀਜ਼ਮ। ਜਿਹੜਾ ਸਿੱਖੀ ਧਰਮ ਦੇ ਜਿਹੜੇ ਫਾਊਂਡਰ ਕਿਹੜੇ ਹੈ ਜੀ, ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਹੈ। ਦੂਜਾ ਜਿਹੜਾ ਕੁਐਸਚਨ ਬਣ ਕੇ ਆਏਗਾ ਜੀ, ਹਿੰਦੂਆਂ ਦੇ ਗੁਰੂ ਤੇ ਮੁਸਲਮਾਨਾਂ ਦੇ ਪੀਰ ਹੈ ਜਿਹੜੇ ਕਿਹਨਾਂ ਨੂੰ ਕਿਹਾ ਜਾਂਦਾ ਜੀ, ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਜਾਂਦਾ ਹੈ ਜੀ। ਹਮੇਸ਼ਾ ਯਾਦ ਰੱਖੋਗੇ ਤੁਸੀਂ, 2 ਕੁਐਸਚਨ ਤੁਹਾਡੇ ਸਾਹਮਣੇ ਪਏ ਹੈ ਜੀ। ਇਸ ਤੋਂ ਇਲਾਵਾ ਜਿਹੜਾ ਤੁਸੀਂ ਨੋਟ ਕਰੋਗੇ ਬਰਥ, ਵੈਰੀ ਵੈਰੀ ਇੰਪੋਰਟੈਂਟ। ਮੈਂ ਜੇ ਗੱਲ ਕਰਨਾ ਚਾਹੂੰ, ਤੁਸੀਂ ਭਾਵੇਂ ਮਾਸਟਰ ਕੈਡਰ ਦੀ ਕਿਉਂ ਨਾ ਤਿਆਰੀ ਕਰ ਰਹੇ ਹੋ, ਤੁਹਾਡੇ ਲਈ ਚੀਜ਼ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਜੀ। ਯਾਦ ਰੱਖੋਗੇ ਬਰਥ 15 ਅਪ੍ਰੈਲ, ਬਰਥ ਹੈ ਜਿਹੜਾ ਉਹ 15 ਅਪ੍ਰੈਲ 1469 ਨੂੰ ਰਾਏ ਭੋਏ ਦੀ ਤਲਵੰਡੀ 'ਚ ਹੋਇਆ ਜੀ। ਠੀਕ ਹੈ, ਤੇ ਇਹਦਾ ਨਾਮ ਅੱਜ ਹੈ ਜਿਹੜਾ ਨਨਕਾਣਾ ਸਾਹਿਬ ਹੈ ਜੀ, ਪਾਕਿਸਤਾਨ 'ਚ ਰਹਿ ਜਾਂਦਾ ਜੀ ਅੱਜ। ਠੀਕ ਹੈ, ਰਾਏ ਭੋਏ ਦੀ ਤਲਵੰਡੀ ਯਾਦ ਰੱਖੋਗੇ, ਰਾਏ ਭੋਏ ਦੀ ਤਲਵੰਡੀ ਅੱਜ ਨਨਕਾਣਾ ਸਾਹਿਬ ਹੈ, ਯਾਨੀ ਉਹ ਪਵਿੱਤਰ ਭੂਮੀ ਜਿਹੜੀ ਉਹ ਅੱਜ ਪਾਕਿਸਤਾਨ 'ਚ ਦੇਖਣ ਨੂੰ ਮਿਲਦੀ ਹੈ ਜੀ। ਜੇਕਰ ਆਹੀ ਕੁਐਸਚਨ ਮਾਸਟਰ ਕੈਡਰ ਦੀ ਗੱਲ ਕਰਨਾ ਚਾਹੂੰਗਾ, ਮਾਸਟਰ ਕੈਡਰ 'ਚ ਕੁਐਸਚਨ ਥੋੜਾ ਜਿਹਾ ਡੈਪਥ 'ਚ ਆ ਸਕਦਾ ਹੈ, ਤੁਹਾਨੂੰ ਜਿਹੜਾ ਨਾਨਕ ਸ਼ਾਹੀ ਕੈਲੰਡਰ ਦੇ ਅਕੋਰਡਿੰਗ ਪੁੱਛਿਆ ਜਾ ਸਕਦਾ ਹੈ। ਤਾਂ ਯਾਦ ਰੱਖੋਗੇ ਵਿਸਾਖ ਸੁਦੀ 3 ਵਿਕਰਮੀ ਸੰਮਤ 1526 ਜਿਹੜਾ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਮੰਨਿਆ ਜਾਂਦਾ ਜੀ। ਇਸ ਦਾ ਹਵਾਲਾ ਜਿਹੜਾ ਕਿੱਥੋਂ ਮਿਲਦਾ ਜੀ, ਪੁਰਾਤਨ ਜਨਮ ਸਾਖੀ, ਮਿਹਰਬਾਨ ਦੀ ਜਨਮ ਸਾਖੀ ਤੇ ਭਾਈ ਮਨੀ ਸਿੰਘ ਦੀ ਜਨਮ ਸਾਖੀ ਤੋਂ ਇਸ ਦੇ ਸਾਨੂੰ ਉਕਤਾ ਸਬੂਤ ਮਿਲਦੇ ਆ ਜੀ। ਸੋ ਯਾਦ ਰੱਖੋਗੇ ਤੁਸੀਂ। ਸੋ ਅਗਲੇ ਜਿਹੜਾ ਕੁਐਸਚਨ ਧਿਆਨ 'ਚ ਰੱਖੋਗੇ, ਪਿਤਾ ਦਾ ਨਾਮ ਮਹਿਤਾ ਕਾਲੂ ਹੈ, ਐਂਡ ਸਮਟਾਈਮਸ ਕੁਐਸਚਨ ਪੇਪਰ ਦਾ ਹਿੱਸਾ ਸ਼ਾਇਦ ਕਲਿਆਣ ਰਾਏ ਦੇ ਨਾਮ ਤੋਂ ਬਣ ਕੇ ਆ ਸਕਦਾ ਜੀ। ਸੋ ਯਾਦ ਰੱਖੋਗੇ ਤੁਸੀਂ, ਪਿਤਾ ਦਾ ਨਾਮ ਮਹਿਤਾ ਕਾਲੂ ਹੈ ਜੀ। ਉਹ ਪਿੰਡ ਦੇ ਪਟਵਾਰੀ ਹੋਇਆ ਕਰਦੇ ਸੀਗੇ, ਬੇਦੀ ਜਾਤ ਦੇ ਖੱਤਰੀ ਪਰਿਵਾਰ ਨਾਲ ਸੰਬੰਧ ਰੱਖਿਆ ਕਰਦੇ ਸੀਗੇ। ਮਾਤਾ ਦਾ ਨਾਮ ਤ੍ਰਿਪਤਾ ਦੇਵੀ ਤੇ ਵੱਡੇ ਭੈਣ ਜੀ ਦਾ ਨਾਮ ਸੀ ਜਿਹੜਾ ਬੀਬੀ ਨਾਨਕੀ ਜੀ ਸੀ, ਜਿਹੜੇ ਕਿ ਜੈ ਰਾਮ ਜੀ ਨਾਲ ਵਿਆਹੇ ਹੋਏ ਸੀਗੇ। ਸੋ ਇਹ ਚੀਜ਼ਾਂ ਇੰਪੋਰਟੈਂਟ ਨੇ, ਯਾਦ ਰੱਖੋਗੇ ਤੁਸੀਂ। ਮੈਂ ਫਿਰ ਇੱਥੇ ਹਾਈਲਾਈਟ ਕਰਕੇ ਦੱਸ ਰਿਹਾ ਤੁਹਾਨੂੰ। ਸੋ ਬੀਬੀ ਨਾਨਕੀ ਜੀ ਵੈਸੇ 5 ਕੁ ਸਾਲ ਵੱਡੇ ਸੀਗੇ, ਮਤਲਬ ਇਹਨਾਂ ਦਾ ਜਨਮ 1464 ਦੇ ਵਿੱਚ ਹੋਇਆ ਸੀਗਾ। ਕੁਐਸਚਨ ਬਣ ਸਕਦਾ ਜਨਮ ਸਾਖੀ ਕੀ ਹੁੰਦੀ ਹੈ ਜੀ। ਮੈਂ ਇੱਥੇ ਹਾਈਲਾਈਟ ਕਰਨਾ ਚਾਹੂੰਗਾ, ਜਨਮ ਸਾਖੀ ਕੀ ਹੁੰਦੀ ਹੈ। ਆਪਾਂ ਜਨਮ ਸਾਖੀ ਬਾਰੇ ਵੀ ਰਾਬਤਾ ਕਰ ਲੈਂਦੇ ਹਾਂ। ਕੁਐਸਚਨ ਬਣ ਸਕਦਾ ਹੈ ਜਨਮ ਸਾਖੀ ਕੀ ਹੁੰਦੀ ਹੈ ਜੀ। ਮੈਂ ਇੱਥੇ ਕਲੀਅਰ ਕਰਦਾ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਤੇ ਉਹਨਾਂ ਦੇ ਜੀਵਨ ਨਾਲ ਸੰਬੰਧਿਤ ਜਿਹੜੀਆਂ ਵੀ ਕਥਾਵਾਂ ਹੁੰਦੀਆਂ ਉਹਨਾਂ ਨੂੰ ਜਨਮ ਸਾਖੀ ਕਹਿ ਕੇ ਬੁਲਾਇਆ ਜਾਂਦਾ ਜੀ। ਸੋ ਇਹ ਤੁਸੀਂ ਧਿਆਨ 'ਚ ਰੱਖੋਗੇ ਜੀ। ਸੋ ਜਨਮ ਸਾਖੀ ਜਿਹੜੀ ਸਭ ਤੋਂ ਮੇਨ ਹੈ ਉਹ ਪੁਰਾਤਨ ਜਨਮ ਸਾਖੀ ਹੈ। ਪੁਰਾਤਨ ਜਨਮ ਸਾਖੀ ਜਿਹੜੀ ਉਹ ਸਭ ਤੋਂ ਮੇਨ ਹੈ ਜੀ, ਧਿਆਨ 'ਚ ਰੱਖੋਗੇ। ਠੀਕ ਹੈ, ਇਹਦੇ ਬਾਰੇ ਕਿਹੜੇ ਕੁਐਸਚਨ ਬਣ ਸਕਦੇ ਉਹਨਾਂ ਬਾਰੇ ਰਾਬਤਾ ਕਰ ਲੈਂਦੇ ਆ। ਇਹਨਾਂ ਦੀ ਸੰਪਾਦਨਾ ਸੀ ਜਿਹੜੀ ਪੁਰਾਤਨ ਜਨਮ ਸਾਖੀ ਦੀ, ਉਹ 1926 ਦੇ ਵਿੱਚ ਹੋਈ ਹੈ। ਭਾਈ ਵੀਰ ਸਿੰਘ ਜੀ ਇਸ ਦੇ ਸੰਪਾਦਕ ਹੋਏ ਹੈ। ਆਹ 2 ਚੀਜ਼ਾਂ ਕਿੰਨਾ ਮਰਜ਼ੀ ਤੁਸੀਂ ਵਧੀਆ ਤਰੀਕੇ ਨਾਲ ਨੋਟ ਕਰਨਾ ਚਾਹੋ ਕਰ ਸਕਦੇ ਹੋ, ਦੋਨੋਂ ਹੀ ਮੇਨ ਕੁਐਸਚਨ ਬਣਦੇ ਆ। ਹੋਰ ਅਲੱਗ ਤੋਂ ਮੈਂ ਵੈਸੇ ਇਸ ਬਾਰੇ ਦੱਸਣ ਦੀ ਕੋਸ਼ਿਸ਼ ਕਰ ਰਿਹਾ, ਜਿਵੇਂ ਕਿ ਇਹ 17ਵੀਂ ਸਦੀ ਦੇ ਪਹਿਲੇ ਅੱਧ ਵਿੱਚ ਲਿਖੀਆਂ ਗਈਆਂ 2 ਜਨਮ ਸਾਖੀਆਂ, ਵਲਾਇਤ ਵਾਲੀ ਜਨਮ ਸਾਖੀ ਤੇ ਹਾਫਿਜ਼ਾਬਾਦ ਵਾਲੀ ਜਨਮ ਸਾਖੀ ਦੇ ਸੁਮੇਲ ਨਾਲ ਤਿਆਰ ਕੀਤੀ ਗਈ ਹੈ।
ਸਭ ਤੋਂ ਭਰੋਸੇਯੋਗ ਜਨਮ ਸਾਖੀ ਪੁੱਛੀ ਜਾ ਸਕਦੀ ਹੈ, ਉਹ ਪੁਰਾਤਨ ਜਨਮ ਸਾਖੀ ਨੂੰ ਕੰਸੀਡਰ ਕੀਤਾ ਜਾਂਦਾ ਜੀ। ਵਿਸਾਖ ਸੁਦੀ 3 ਵਿਕਰਮੀ ਸੰਮਤ 1526 ਜਿਹੜਾ ਜਨਮ ਦੱਸਦੀ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ, ਇਹ ਧਿਆਨ ਚ ਰੱਖੋਗੇ ਜੀ। ਮਿਹਰਬਾਨ, ਪਹਿਲਾਂ ਤਾਂ ਇਹ ਧਿਆਨ ਚ ਰੱਖੋ ਕੌਣ ਸੀ ਮਿਹਰਬਾਨ ਵੀ, ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾ ਪ੍ਰਿਥੀ ਚੰਦ ਦਾ ਸੁਪੁੱਤਰ ਸੀਗਾ। ਇਸ ਜਨਮ ਸਾਖੀ ਤੇ ਵਿਸ਼ਵਾਸ ਕਿਉਂ ਨਹੀਂ ਕੀਤਾ ਜਾਂਦਾ, ਕਿਉਂਕਿ ਪ੍ਰਿਥੀ ਚੰਦ ਹੈ ਜਿਹੜਾ ਸਿੱਖੀਜ਼ਮ ਦੇ ਐਂਟੀ ਕੰਮ ਕਰਦਾ ਹੁੰਦਾ ਸੀਗਾ। ਦੈਟਸ ਵਾਈ ਇਸ ਜਨਮ ਸਾਖੀ ਉਹਨਾਂ ਦੇ ਬੇਟੇ ਮਿਹਰਬਾਨ, ਹਾਲਾਂਕਿ ਸਿੱਖੀ ਵਿਚਾਰਾਂ ਵਾਲੇ ਸੀਗੇ, ਪਰੰਤੂ ਫਿਰ ਵੀ ਇਹਨਾਂ ਦੀ ਜਿਹੜੀ ਜਨਮ ਸਾਖੀ ਦੇ ਵਿਚਾਰ ਨਹੀਂ ਕੀਤਾ ਜਾਂਦਾ। ਉਸ ਤੋਂ ਬਾਅਦ ਜਿਹੜੀ ਆਪਾਂ ਗੱਲ ਕਰਾਂਗੇ ਭਾਈ ਮਨੀ ਸਿੰਘ ਦੀ ਜਨਮ ਸਾਖੀ। ਭਾਈ ਮਨੀ ਸਿੰਘ ਜੀ, ਇਸ ਜਨਮ ਸਾਖੀ ਦਾ ਦੂਸਰਾ ਨਾਮ ਹੈ ਜਿਹੜਾ ਗਿਆਨ ਰਤਨਾਵਲੀ ਹੈ ਜੀ, ਧਿਆਨ ਚ ਰੱਖੋਗੇ। ਜੇ ਕੁਐਸਚਨ ਆ ਜਾਂਦਾ ਗਿਆਨ ਰਤਨਾਵਲੀ ਕਿਹਨਾਂ ਦੁਆਰਾ ਲਿਖਿਤ ਹੈ, ਤਾਂ ਭਾਈ ਮਨੀ ਸਿੰਘ ਜੀ ਦੁਆਰਾ ਲਿਖਿਤ ਹੈ ਜੀ। ਜਿਹੜੀ ਭਾਈ ਗੁਰਦਾਸ ਜੀ ਹੋਏ ਹੈ, ਉਹਨਾਂ ਦੀ ਜਿਹੜੀ ਪਹਿਲੀ ਵਾਰ ਤੇ ਆਧਾਰਿਤ ਹੈ ਵਿਸਾਖ ਸੁਦੀ 3 ਵਿਕਰਮੀ ਸੰਮਤ 1526। ਆ ਥਾਂ ਤੇ ਤੁਹਾਨੂੰ ਮੈਂ ਹਾਈਲਾਈਟ ਕਰਕੇ ਦੱਸ ਰਿਹਾ ਵੀ ਇਹ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦੱਸਦੀਆਂ। ਭਾਈ ਬਾਲਾ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਬਚਪਨ ਦੇ ਸਾਥੀ ਸੀਗੇ, ਤੇ ਇਹ ਸ਼੍ਰੀ ਗੁਰੂ ਅੰਗਦ ਦੇਵ ਜੀ ਦੁਆਰਾ ਜਨਮ ਸਾਖੀ ਲਿਖਵਾਈ ਗਈ ਸੀ, ਪਰੰਤੂ ਇਸ ਤੇ ਵੀ ਬਹੁਤਾ ਵਿਸ਼ਵਾਸ ਨਹੀਂ ਕੀਤਾ ਜਾਂਦਾ। ਕਾਰਨ ਕਿਉਂਕਿ ਇਹਦੇ ਚ ਕ੍ਰਿਸ਼ਮੇ ਤੁਸੀਂ ਕਹਿ ਸਕਦੇ ਹੋ, ਸਾਖੀਆਂ ਬਹੁਤ ਜ਼ਿਆਦਾ ਹੈਗੀਆਂ ਜਿਨ੍ਹਾਂ ਤੇ ਅੱਜ ਦੇ ਸਮੇਂ ਚ ਦੁਨੀਆਦਾਰੀ ਜਾਂ ਕਿਵੇਂ ਵੀ ਕਰਕੇ ਕਹਿ ਸਕਦੇ ਹੋ ਉਸ ਤੇ ਵਿਸ਼ਵਾਸ ਕਰਨਾ ਔਖਾ ਜਿਹੜਾ ਹੈ ਮੰਨਿਆ ਜਾਂਦਾ ਜੀ। ਸੋ ਦੈਟਸ ਵਾਈ ਆਪਾਂ ਜਿਹੜਾ ਧਿਆਨ ਚ ਰੱਖ ਸਕਦੇ ਹਾਂ ਜੀ। ਅਬਾਊਟ ਐਜੂਕੇਸ਼ਨ, ਮੈਂ ਇੱਥੇ ਇੱਕ ਚੀਜ਼ ਜਿਹੜੀ ਤੁਹਾਨੂੰ ਇੱਥੇ ਦੱਸਣਾ ਚਾਹੂੰਗਾ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਆ ਪਹਿਲਾ ਨਾਮ ਜੋ ਤੁਹਾਡੇ ਸਾਹਮਣੇ ਆ ਰਿਹਾ ਹੈ, ਆ ਦੂਜਾ ਨਾਮ ਜੋ ਤੁਹਾਡੇ ਸਾਹਮਣੇ ਆ ਰਿਹਾ, ਤੇ ਤੀਜਾ ਨਾਮ। ਇਹ ਕੁਐਸਚਨ ਨੂੰ ਜਿੰਨਾ ਵਧੀਆ ਤਰੀਕੇ ਨਾਲ ਯਾਦ ਰੱਖ ਸਕਦੇ ਹੋ ਉਹਨੂੰ ਯਾਦ ਰੱਖਿਓ ਜੀ, ਕਿਉਂਕਿ ਇੱਥੋਂ ਬਹੁਤ ਸਾਰੇ ਕੁਐਸਚਨ ਹੈ ਜਿਹੜੇ ਨਿਕਲ ਕੇ ਆਉਂਦੇ ਹੁੰਦੇ ਆ। ਸ਼੍ਰੀ ਗੁਰੂ ਨਾਨਕ ਦੇਵ ਜੀ ਆਪਣੇ ਐਜੂਕੇਸ਼ਨ ਬਾਰੇ ਗੱਲ ਕਰੀਏ ਤਾਂ ਪੰਡਿਤ ਗੋਪਾਲ, ਜਿਹੜੇ ਕਿ ਹਿੰਦੀ ਤੇ ਜਿਹਨੂੰ ਹਿੰਦੀ ਦੀ ਜਿਹੜੀ ਲਿਪੀ ਜਾਂ ਸਕ੍ਰਿਪਟ ਤੁਸੀਂ ਕਹਿ ਸਕਦੇ ਹੋ ਦੇਵਨਾਗਰੀ ਕੰਸੀਡਰ ਕੀਤੀ ਜਾਂਦੀ ਹੈ, ਤੇ ਮੈਥਮੈਟਿਕਸ ਦੇ ਜਿਹੜੇ ਗੁਰੂ ਮੰਨੇ ਜਾਂਦੇ। ਕੁਐਸਚਨ ਬਣ ਕੇ ਆਏਗਾ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਮੈਥਮੈਟਿਕਸ ਦਾ ਗਿਆਨ ਕਿੱਥੋਂ ਪ੍ਰਾਪਤ ਕੀਤਾ, ਜਾਂ ਹਿੰਦੀ ਜਾਂ ਦੇਵਨਾਗਰੀ ਦਾ ਗਿਆਨ ਕਿੱਥੋਂ ਪ੍ਰਾਪਤ ਕੀਤਾ, ਤਾਂ ਪੰਡਿਤ ਗੋਪਾਲ ਜੀ ਹੈ ਜਿਹੜਾ ਧਿਆਨ ਚ ਰੱਖੋਗੇ ਤੁਸੀਂ। ਉਸ ਤੋਂ ਇਲਾਵਾ ਪੰਡਿਤ ਬ੍ਰਿਜਰਾਜ ਜੀ ਜਿਹੜੇ ਇਹਨਾਂ ਦੇ ਸੰਸਕ੍ਰਿਤ ਦੇ ਗੁਰੂ ਹੋਏ ਹੈ, ਤੇ ਕੁਤੁਬਦੀਨ ਜਾਂ ਥਾਂ ਤੇ ਤੁਹਾਨੂੰ ਰੁਕਨਦੀਨ ਵੀ ਆ ਸਕਦਾ ਹੈ, ਉਹ ਇਹਨਾਂ ਦੇ ਪਰਸੀਅਨ ਤੇ ਅਰੇਬੀਅਨ ਭਾਸ਼ਾ ਦੇ ਜਿਹੜੇ ਗੁਰੂ ਹੋਏ ਹੈ। ਪਰਸੀਅਨ ਤੋਂ ਭਾਵ ਫਾਰਸੀ ਤੋਂ ਹੈ, ਨਾਲ ਨਾਲ ਜਿਹੜੇ ਸਟੂਡੈਂਟ ਪੰਜਾਬੀ ਚ ਲਿਖ ਰਹੇ ਹੋ ਫਾਰਸੀ ਜ਼ਰੂਰ ਲਿਖ ਲੈਣਗੇ ਜੀ। ਸੋ ਇਹ ਧਿਆਨ ਚ ਰੱਖਣਾ ਹੈ ਜੀ ਤੁਸੀਂ, ਠੀਕ ਹੈ। ਸੋ ਅੱਗੇ ਵਧਦੇ ਹਾਂ ਜੀ, ਆਪਾਂ ਗੱਲ ਕਰ ਲੈਂਦੇ ਹਾਂ ਅਗਲੀ ਸਲਾਈਡ ਬਾਰੇ। ਇਹ ਸਾਰੇ ਦੇ ਸਾਰੇ ਕੁਐਸਚਨ ਹੈ ਤੁਹਾਡੇ ਲਈ ਬਹੁਤ ਹੀ ਇੰਪੋਰਟੈਂਟ ਹੈ। ਮੈਂ ਗੱਲ ਕਰਨਾ ਚਾਹੂੰਗਾ ਜਨੇਊ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਵੈਸੇ ਤਾਂ ਜਿਹੜੇ ਹਿੰਦੂ ਸਮਾਜ ਨਾਲ ਬਿਲੋਂਗ ਕਰਦੇ ਆ ਉਹਨਾਂ ਨੂੰ ਇਸ ਚੀਜ਼ ਬਾਰੇ ਜ਼ਰੂਰ ਪਤਾ ਹੋਊਗਾ ਕਿ ਜਿਹੜਾ ਹੈ ਜਨੇਊ ਹੁੰਦਾ ਹੈ, ਉਹ ਇੱਕ ਤਰ੍ਹਾਂ ਦਾ ਧਾਗਾ ਹੁੰਦਾ ਜੀ, ਇੱਕ ਧਾਰਮਿਕ ਧਾਗਾ ਹੁੰਦਾ, ਸੈਕਰਡ ਥ੍ਰੈਡ ਹੁੰਦਾ ਹੈ। ਇਸ ਨੂੰ ਉਪਨਯਨਾ, ਜਨੇਊ, ਪੋਇਤਾ, ਯਗਨੋਪਵੀਤਾ ਐਂਡ ਭਰਾਤਾ ਬੰਦਾ ਵੀ ਕਿਹਾ ਜਾਂਦਾ। ਆ ਬੱਚੇ ਨੇ ਜੋ ਇੱਥੇ ਪਹਿਨਿਆ ਹੋਇਆ ਇਹ ਜਨੇਊ ਹੀ ਹੈ ਜੀ, ਆ ਤੁਸੀਂ ਨੋਟ ਕਰ ਸਕਦੇ ਹੋ। ਇਹ ਲੈਫਟ ਸ਼ੋਲਡਰ ਤੋਂ ਰਾਈਟ ਸ਼ੋਲਡਰ ਨੂੰ ਕ੍ਰਾਸ ਕਰਦਾ ਹੋਇਆ, ਚੈਸਟ ਤੋਂ ਕ੍ਰਾਸ ਕਰਦਾ ਹੋਇਆ ਜਾਂਦਾ ਜੀ। ਤੁਹਾਡੇ ਸਾਹਮਣੇ ਪਿਕਚਰ ਵੀ ਦਿਖਾਈ ਦਿੱਤੀ ਜਾਂਦੀ ਹੈ। ਆਮ ਤੌਰ ਤੇ ਇਹ ਹਿੰਦੂ ਪਰਿਵਾਰ ਦੇ ਵਿੱਚ ਸੈਰੇਮਨੀ ਹੈ ਜਿਹੜੀ 16 ਸਾਲ ਦੀ ਉਮਰ ਦੇ ਵਿੱਚ ਕੀਤੀ ਜਾਂਦੀ ਹੈ ਜੀ। ਸੋ ਇਹ ਵੀ ਤੁਸੀਂ ਧਿਆਨ 'ਚ ਰੱਖੋਗੇ ਜੀ, ਠੀਕ ਹੈ। ਉਮੀਦ ਕਰਦਾ ਸਮਝ ਆ ਗਿਆ ਹੋਊਗਾ ਜੀ ਤੁਹਾਨੂੰ, ਠੀਕ ਹੈ। ਇਹਦਾ ਲਿੰਕ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਕੀ ਹੈ ਜੀ, ਕੁਐਸਚਨ ਬਣ ਕੇ ਜੋ ਆ ਸਕਦਾ ਤੁਹਾਨੂੰ, ਇਹ ਤੁਸੀਂ ਜਿਹੜਾ ਧਿਆਨ 'ਚ ਰੱਖੋਗੇ ਉਹ ਕੁਐਸਚਨ ਬਣ ਕੇ ਆਏਗਾ ਜੀ। ਕਿੰਨੇ ਸਾਲ ਦੀ ਉਮਰ 'ਚ? 9 ਸਾਲ ਦੀ ਉਮਰ 'ਚ ਪੁਰੋਹਿਤ ਹਰਦਿਆਲ ਸੀਗੇ ਜਿਹੜੇ ਇਹਨਾਂ ਦੇ ਫੈਮਿਲੀ ਪ੍ਰੀਸਟ ਸੀਗੇ, ਇਹਨਾਂ ਦੇ ਕੁਲ ਪੁਰੋਹਿਤ ਸੀਗੇ, ਉਹ ਇਹਨਾਂ ਨੂੰ ਜਿਹੜਾ ਪਾਉਣ ਆਏ ਸੀਗੇ। ਪਰ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਜਨੇਊ ਨੂੰ ਪਾਉਣ ਤੋਂ ਮਨਾ ਕਰਤਾ ਸੀ। ਉਹ ਕਹਿੰਦੇ ਸੀਗੇ ਜੀ, ਦਇਆ ਕਪਾ ਸੰਤੋਖ ਸੂਤ ਜਤ ਗੱਡੀ ਸਤਵਟ ਇਹ ਜਨੇਊ ਜੀ ਕਾ ਹਈ ਤ ਪੰਡੇ ਕਤ, ਨਾ ਇਹ ਟੁੱਟੈ ਨਾ ਮਲ ਲੱਗੈ, ਨਾ ਇਹ ਜਲੇ ਨਾ ਜਾਏ, ਧਨ ਸਿਉ ਮਾਨਸ ਨਾਨਕਾ ਜੋ ਗਲ ਚੱਲੇ ਪਾਏ। ਸ਼੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹੈ ਕਿ ਕੁਛ ਚੰਗੇ ਗੁਣ ਹੋਣੇ ਚਾਹੀਦੇ ਹੈ, ਮਤਲਬ ਉਹ ਜਨੇਊ ਮੈਨੂੰ ਪਾਓ ਜਿਹਦੇ ਚ ਕੋਈ ਸੰਤੋਖ ਸਬਰ ਦੀਆਂ ਗੱਲਾਂ ਹੋਣ। ਉਹ ਜਨੇਊ ਹੋਵੇ ਜਿਹੜਾ ਨਾ ਜਿਹਨੂੰ ਮੈਲ ਲੱਗੇ, ਨਾ ਉਹਨੂੰ ਬਾਲਿਆ ਜਾ ਸਕੇ, ਨਾ ਉਹ ਟੁੱਟੇ। ਸੋ ਮਤਲਬ ਉਹ ਸਦਗੁਣਾ ਦਾ ਬਣਿਆ ਹੋਇਆ ਧਾਗਾ ਪਾਉਣਾ ਚਾਹੁੰਦੇ ਸੀਗੇ, ਜਿਹੜਾ ਕਿ ਆਤਮਿਕ ਸ਼ੁੱਧੀ ਕਰੇ, ਨਾ ਕਿ ਸਰੀਰਕ ਸ਼ੁੱਧੀ ਕਰੇ। ਤੇ ਜਿਹੜਾ ਜਨੇਊ ਕੁਲ ਪੁਰੋਹਿਤ ਹਰਦਿਆਲ ਜੀ ਪਾਉਣ ਲੱਗੇ ਸੀ, ਉਹ ਸ਼ਾਇਦ ਸਿਰਫ ਔਰ ਸਿਰਫ ਸਰੀਰਕ ਤੌਰ ਤੇ ਜਿਹੜਾ ਹੈ ਉਹਨਾਂ ਦਾ ਜਿਹੜਾ ਸ਼ੁੱਧੀਕਰਨ ਕਰਦਾ ਸੀਗਾ। ਦੈਟਸ ਵਾਈ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਪਾਉਣ ਤੋਂ ਮਨਾ ਕਰਤਾ ਸੀਗਾ। ਕਿੱਸਾ ਹੋਰ ਬੜਾ ਮਸ਼ਹੂਰ ਹੈ ਜੀ, ਤੁਸੀਂ ਜ਼ਰੂਰ ਸੁਣਿਆ ਹੋਊਗਾ, ਸੱਚਾ ਸੌਦਾ ਦਾ ਇਨਸੀਡੈਂਟ। ਪਰ ਮੈਂ ਇੱਥੋਂ ਜਿਹੜੇ ਕੁਐਸਚਨ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਉਹਨੂੰ ਸਮਝਣ ਦੀ ਕੋਸ਼ਿਸ਼ ਕਰਨਾ, ਕੀ ਕੀ ਕੁਐਸਚਨ ਬਣ ਸਕਦੇ ਆ। ਯਾਦ ਰਹੇ, ਕੁਐਸਚਨ ਆਏਗਾ
ਸਭ ਤੋਂ ਪਹਿਲਾ ਕੰਮ ਕਿਹੜਾ ਕੀਤਾ ਸੀਗਾ ਜੀ? ਮੱਝਾਂ ਚਰਾਉਣ ਦਾ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਕਾਲ 'ਚ ਪਹਿਲਾ ਕੰਮ ਕਿਹੜਾ ਕੀਤਾ ਜੀ? ਮੱਝਾਂ ਚਰਾਉਣ ਦਾ। ਸੱਚਾ ਸੌਦਾ 20 ਰੁਪਏ ਦੇ ਕੇ ਪਿਤਾ ਜੀ ਨੇ ਭੇਜਿਆ ਸੀ, ਪਰੰਤੂ ਮੰਡੀ ਚੂੜਖਾਨਾ, ਆਹ ਕੁਐਸਚਨ ਪੜਿਆ ਜੀ, ਮੰਡੀ ਚੂੜਖਾਨਾ ਜਿਹਦਾ ਅੱਜ ਨਾਮ ਹੈ ਜਿਹੜਾ ਫਰੂਕਾਬਾਦ ਹੈ, ਧਿਆਨ 'ਚ ਰੱਖੋਗੇ, ਪਾਕਿਸਤਾਨ 'ਚ ਰਹਿ ਜਾਂਦਾ ਹੈ। ਉੱਥੇ ਜਿਹੜਾ ਹੈ ਭੁੱਖੇ ਸਾਧੂਆਂ ਨੂੰ ਖਾਣਾ ਖਵਾ ਕੇ ਇਹਨਾਂ ਨੇ ਸੱਚਾ ਸੌਦਾ ਕੀਤਾ ਸੀਗਾ ਜੀ। ਜ਼ਿਲ੍ਹਾ ਸ਼ੇਖੂਪੁਰਾ ਹੀ ਹੈ ਜੀ, ਪੰਜਾਬ ਪਾਕਿਸਤਾਨ ਦੇ ਵਿੱਚ ਰਹਿ ਜਾਂਦਾ ਜੀ। ਇਹੀ ਘਟਨਾ ਮੰਨੀ ਜਾਂਦੀ ਹੈ ਜੀ ਜਿੱਥੋਂ ਪੰਗਤ ਤੇ ਗੁਰੂ ਕਾ ਲੰਗਰ ਪ੍ਰਥਾ ਸ਼ੁਰੂ ਹੋਈ ਸੀ ਜੀ। ਕੁਐਸਚਨ ਨੋਟ ਕਰ ਲਓ, ਹਾਈਲਾਈਟ ਕਰਕੇ ਲਿਖ ਲਓ ਜੀ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਹੀ ਪੰਗਤ ਪ੍ਰਥਾ ਤੇ ਗੁਰੂ ਕਾ ਲੰਗਰ ਪ੍ਰਥਾ ਸ਼ੁਰੂ ਕੀਤੀ ਸੀਗੀ। ਤੁਸੀਂ ਨੋਟ ਕਰ ਲਿਓ ਜੀ, ਗੁਰੂ ਕਾ ਲੰਗਰ ਪ੍ਰਥਾ ਕਿਹਨੇ ਸ਼ੁਰੂ ਕੀਤੀ ਹੈ ਜੀ? ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜੀ। ਸੋ ਵਿਦਆਊਟ ਵੇਸਟਿੰਗ ਟਾਈਮ ਆਪਾਂ ਅੱਗੇ ਮੂਵ ਕਰਦੇ ਆ ਜੀ। ਵਿਆਹ ਬਾਰੇ ਜ਼ਰੂਰ ਗੱਲ ਕਰਨਾ ਚਾਹੂੰਗਾ ਜੀ। ਗੱਲ ਕਰ ਲੈਂਦੇ ਆ ਮੈਰਿਜ ਬਾਰੇ। ਤਾਂ ਇੱਥੋਂ ਧਿਆਨ 'ਚ ਰੱਖੋਗੇ, ਬਹੁਤ ਇੰਪੋਰਟੈਂਟ ਹੈ ਕਿ ਇਹਨਾਂ ਦੀ ਪਤਨੀ ਦਾ ਕੀ ਨਾਮ ਹੈ ਜੀ? ਸੁਲੱਖਣੀ ਜੀ ਹੈ, ਜਿਹੜੇ ਕਿ ਮੂਲ ਚੰਦ ਦੇ ਸਪੁੱਤਰੀ ਸੀ, ਬਟਾਲਾ ਨਿਵਾਸੀ ਸੀਗੇ। ਬਟਾਲਾ ਨਿਵਾਸੀ ਸੀਗੇ, ਇਹ ਧਿਆਨ 'ਚ ਰੱਖੋਗੇ ਜੀ। ਬਟਾਲਾ ਦੇ ਰਹਿਣ ਵਾਲੇ ਸੀਗੇ, ਥੋੜਾ ਕਰੋ ਵੇਟ ਵੀ, ਹਾਂਜੀ, ਬਟਾਲਾ ਦੇ ਰਹਿਣ ਵਾਲੇ ਸੀਗੇ, ਗੁਰਦਾਸਪੁਰ ਦੇ ਵਿੱਚ। ਤੇ ਉਸ ਤੋਂ ਇਲਾਵਾ ਇਹਨਾਂ ਦੀ ਸੱਸ ਦਾ ਨਾਮ ਪੁੱਛਿਆ ਜਾਂਦਾ, ਸ਼੍ਰੀ ਗੁਰੂ ਨਾਨਕ ਦੇਵ ਜੀ, ਚੰਦੋ ਰਾਣੀ ਸੀ। ਇਹਨਾਂ ਦੇ ਘਰ 2 ਬੇਟਿਆਂ ਨੇ ਜਨਮ ਲਿਆ ਸੀਗਾ, ਉਹ ਸੀਗਾ ਬਾਬਾ ਸ਼੍ਰੀ ਚੰਦ ਜੀ, ਜਿਹੜੇ ਉਦਾਸੀ ਮਤ ਦੇ ਸੰਸਥਾਪਕ ਹੋਏ। ਬਹੁਤ ਵਾਰ ਪੁੱਛਿਆ ਜਾਣ ਵਾਲਾ ਕੁਐਸਚਨ ਹੈ ਜੀ, ਉਦਾਸੀ ਮਤ ਦੇ ਸੰਸਥਾਪਕ ਕੌਣ ਹੋਏ ਜੀ? ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਬਾਬਾ ਸ਼੍ਰੀ ਚੰਦ ਜੀ ਹੋਏ ਹੈ। ਲਖਮੀ ਦਾਸ ਜੀ ਸੀਗੇ ਜਿਹੜੇ ਛੋਟੇ ਸਪੁੱਤਰ ਸੀਗੇ, ਪਰ ਇਹਨਾਂ ਬਾਰੇ ਬਹੁਤ ਹੀ ਘੱਟ ਜਿਹੜਾ ਡੇਟਾ ਮਿਲਦਾ ਜੀ। ਸੋ ਅੱਗੇ ਮੂਵ ਕਰਦੇ ਹਾਂ ਜੀ। ਆਪਾਂ ਗੱਲ ਕਰ ਲੈਂਦੇ ਹਾਂ ਪਹਿਲਾਂ, ਥੋੜੇ ਜਿਹਾ ਹਾਰਡ ਜਿਹੜੇ ਦਿਖਾਈ ਦੇ ਰਹੇ ਇੰਪੋਰਟੈਂਟ ਪੁਆਇੰਟ ਵਾਲੇ, ਇਹਨੂੰ ਮਾਰਕ ਕਰ ਲੈਂਦੇ ਹਾਂ। ਗੁਰਦੁਆਰਾ ਕੰਧ ਸਾਹਿਬ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈ ਸਿੱਖੀ ਇਤਿਹਾਸ ਦੇ ਵਿੱਚ। ਗੁਰਦੁਆਰਾ ਸਾਹਿਬ ਜਿਹੜੇ ਮਾਸਟਰ ਕੈਡਰ ਦੀ ਤਿਆਰੀ ਕਰ ਰਹੇ ਆ, ਇਸ ਚੀਜ਼ ਨੂੰ ਬੜਾ ਹੀ ਹਾਈਲਾਈਟ ਕਰਕੇ ਲਿਖੋਗੇ। ਦੇਖੋ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਆ, ਦੇਖੋ ਤੁਸੀਂ ਕਿੱਡਾ ਸੋਹਣਾ ਖੂਬਸੂਰਤ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ। ਇਹ ਉਹੀ ਜਗ੍ਹਾ ਹੈ ਜਿੱਥੇ ਇਹਨਾਂ ਦਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਰਾਤ ਗਈ ਸੀਗੀ। ਕੰਧ ਸੀਗੀ ਵੀ, ਐਸਲੋਟ ਕੰਧ ਸੀਗੀ, ਤੇ ਉਸ ਕੰਧ ਦੇ ਨਾਲ ਇੱਥੇ 4 ਭਾਈ ਢਾਹ ਦਿੱਤੀ ਗਈ ਸੀਗੀ। ਉਹ ਕੰਧ ਡਿੱਗਣ ਵਾਲੀ ਸੀਗੀ। ਉਹ ਪਿੰਡ ਵਾਲਿਆਂ ਵੱਲੋਂ ਮਜ਼ਾਕ ਕਹਿ ਸਕਦੇ ਹੋ ਤੁਸੀਂ, ਪਰੰਤੂ ਭੋਲੇ ਸੀਗੇ, ਇਹ ਦੁਨੀਆ ਸਮਝਦੀ ਸੀ ਉਹਨਾਂ ਨੂੰ, ਪਰੰਤੂ ਉਹ ਤਾਂ ਖੁਦ ਜਾਣ ਸੀਗੇ। ਕਿਸੇ ਪਰਸਨ ਨੇ ਆ ਕੇ ਕਿਹਾ, ਗੁਰੂ ਜੀ ਇਹ ਕੰਧ ਡਿੱਗਣ ਵਾਲੀ ਹੈ ਬਾਬਾ ਜੀ, ਥੋੜਾ ਧਿਆਨ ਨਾਲ। ਉਹ ਕਹਿੰਦੇ ਕੰਧ ਜੁਗਾਂ ਤੱਕ ਨਹੀਂ ਡਿੱਗੂਗੀ। ਉਸ ਕੰਧ ਨਾਲ ਸੰਬੰਧਿਤ ਗੁਰਦੁਆਰਾ ਸਾਹਿਬ ਕਹਿੰਦੇ ਕੰਧ ਜਿਉਂ ਦੀ ਤਿਉਂ ਖੜੀ ਹੋਈ ਹੈ। ਹਰੇਕ ਸਾਲ ਸਤੰਬਰ ਮਹੀਨੇ ਇੱਥੇ 3 ਦਿਨਾਂ ਦਾ ਸਮਾਗਮ, ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਵਾਲਾ ਪ੍ਰੋਗਰਾਮ ਅੱਜ ਵੀ ਸਿੱਖ ਸੰਗਤਾਂ ਬੜਾ ਹੁਮ-ਹੁਮਾ ਕੇ ਉਸ ਤਿਉਹਾਰ ਨੂੰ ਮਨਾਉਂਦੀਆਂ ਜੀ। ਕੱਚੀ ਕੰਧ, ਮੱਡ ਵਾਲ ਵੀ ਤੁਸੀਂ ਕਹਿ ਸਕਦੇ ਹੋ ਜੀ। ਮੈਂ ਉਮੀਦ ਕਰਦਾ ਆ ਪੁਆਇੰਟ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ। ਕੁਐਸਚਨ ਬਣ ਕੇ ਆਏਗਾ ਗੁਰਦੁਆਰਾ ਕੰਧ ਸਾਹਿਬ ਕਿੱਥੇ ਹੈ ਜੀ? ਤਾਂ ਬਟਾਲਾ 'ਚ ਹੈ ਜੀ, ਧਿਆਨ 'ਚ ਰੱਖੋਗੇ ਜੀ। ਗੁਰਦਾਸਪੁਰ ਰਹਿ ਜਾਂਦਾ ਜੀ, ਠੀਕ ਹੈ। ਓਕੇ, ਪੀਪੀਟੀ ਤੁਹਾਡੇ ਨਾਲ ਟੈਲੀਗ੍ਰਾਮ ਤੇ ਸਾਂਝੀ ਕਰ ਦਿੱਤੀ ਜਾਊਗੀ ਜੀ। ਟੈਲੀਗ੍ਰਾਮ ਦਾ ਲਿੰਕ ਹੈ ਜਿਹੜਾ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ, ਤੁਸੀਂ ਉਸ ਨੂੰ ਜੁਆਇਨ ਕਰ ਸਕਦੇ ਹੋ ਜੀ। ਸੋ ਆਪਾਂ ਜਿਹੜਾ ਅੱਗੇ ਮੂਵ ਕਰ ਰਹੇ ਹਾਂ, ਆਪਾਂ ਜਿਹੜੇ ਅਗਲੇ ਪੁਆਇੰਟ ਵੱਲ ਵਧਣ ਦੀ ਕੋਸ਼ਿਸ਼ ਕਰਾਂਗੇ। ਪੁਆਇੰਟ ਬੜਾ ਹੀ ਮਹੱਤਵਪੂਰਨ ਹੈ ਜੀ ਤੁਹਾਡੇ ਲਈ। ਕੀ ਹੈ ਜੀ? ਇਹਨਾਂ ਨੇ 20 ਸਾਲ ਦੀ ਉਮਰ ਦੇ ਵਿੱਚ ਇੱਥੇ ਸੁਲਤਾਨਪੁਰ ਲੋਧੀ ਜਿਹੜਾ ਇਹਨਾਂ ਦਾ ਜਾਣਾ ਹੋ ਗਿਆ ਸੀਗਾ ਜੀ, ਠੀਕ ਹੈ। ਜੈਰਾਮ ਜਿਹੜੇ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਤੁਸੀਂ ਭਣੋਈਏ ਕਹਿ ਸਕਦੇ ਹੋ, ਬੀਬੀ ਨਾਨਕੀ ਦੇ ਹਸਬੈਂਡ ਸੀਗੇ। ਤਾਂ ਦੌਲਤ ਖਾਨ ਲੋਧੀ ਦੀ ਇੱਥੇ ਅੰਡਰ ਨੌਕਰੀ ਕੀਤੀ ਸੀ ਇਹਨਾਂ ਨੇ। ਮੋਦੀ ਖਾਨਾ ਸੀ ਦੌਲਤ ਖਾਨ ਲੋਧੀ ਦਾ, ਮੋਦੀ ਖਾਨਾ ਅੰਨ ਭੰਡਾਰ ਨੂੰ ਕਹਿ ਦਿੰਦੇ ਆ ਜੀ। ਉੱਥੇ ਭੰਡਾਰੀ ਦੀ ਨੌਕਰੀ ਕੀਤੀ ਸੀ, ਜਿਹੜਾ ਸਮਾਨ ਤੋਲਣ ਦਾ ਕੰਮ ਕਰਦਾ ਹੈ। ਸੋ ਇਹ ਚੀਜ਼ਾਂ ਛੋਟੀਆਂ ਪਰੰਤੂ ਮਹੱਤਵਪੂਰਨ ਬੜੀਆਂ ਜੀ। ਗਿਆਨ ਪ੍ਰਾਪਤੀ ਦਾ ਕਿੱਸਾ ਵੀ ਬੜਾ ਮਸ਼ਹੂਰ ਹੈ ਜੀ, ਉਸ ਬਾਰੇ ਵੀ ਚਰਚਾ ਕਰ ਲੈਂਦੇ ਆਪਾਂ, ਕਿਉਂਕਿ ਕੁਐਸਚਨ ਇੱਥੋਂ ਜਿਹੜੀ ਚੀਜ਼ਾਂ ਤੁਹਾਡੇ ਸਾਹਮਣੇ ਹਾਈਲਾਈਟ ਕਰਕੇ ਦੱਸੀਆਂ ਜਾ ਰਹੀਆਂ, ਮੀਨ ਟੂ ਸੇ ਉੱਥੋਂ ਕੁਐਸਚਨ ਨਿਕਲੇ ਹੋਏ ਆ ਤੇ ਤੁਹਾਡੇ ਸਾਹਮਣੇ ਵੀ ਕੁਐਸਚਨ ਦੇਖਣ ਨੂੰ ਮਿਲਣਗੇ। ਸੋ ਐਨਲਾਈਟਮੈਂਟ 1499 ਚ ਹੋਈ ਸੀਗੀ ਜੀ, 30 ਸਾਲ ਦੀ ਉਮਰ ਸੀ। ਲੋਕੇਸ਼ਨ ਹੈ ਜੀ ਕਾਲੀ ਵੇਈ ਰਿਵਰ। ਕਾਲੀ ਵੇਈ ਰਿਵਰ ਯਾਦ ਰੱਖਿਓ ਜੀ, ਸੁਲਤਾਨਪੁਰ ਲੋਧੀ ਚ ਰਹਿ ਜਾਂਦੀ ਹੈ ਜੀ, ਇਹ ਧਿਆਨ ਚ ਰੱਖੋਗੇ। ਉੱਥੇ ਕਾਲੀ ਵੇਈ ਰਿਵਰ ਹੈ ਜੀ, ਜਿਹੜੀ ਕਿ ਬਿਆਸ ਨਦੀ ਚੋਂ ਨਿਕਲਦੀ ਹੈ ਤੇ 160 ਕਿਲੋਮੀਟਰ ਦੀ ਲੰਬਾਈ ਹੈ ਇਸਦੀ, ਤੇ ਬਿਆਸ ਨਦੀ ਚ ਜਾ ਕੇ ਵਾਪਸ ਮਿਲ ਜਾਂਦੀ ਹੈ, ਠੀਕ ਹੈ। ਸੋ ਇੱਥੇ ਗਿਆਨ ਪ੍ਰਾਪਤੀ ਹੁੰਦੀ ਹੈ। ਮੰਨ ਕੇ ਚਲੋ ਆਹ ਰਿਵਰ ਹੈਗੀ ਹੈ, ਇੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਰੋਜ਼ ਜਾਇਆ ਕਰਦੇ ਸੀ ਤੇ ਇਸ਼ਨਾਨ ਕਰਿਆ ਕਰਦੇ ਸੀ, ਤੇ 3 ਦਿਨ ਅਲੋਪ ਹੋ ਗਏ ਜਾ ਕੇ। 3 ਦਿਨ ਅਲੋਪ ਹੋਏ, ਜਦੋਂ 3 ਦਿਨਾਂ ਬਾਅਦ ਇਹ ਬਾਹਰ ਆਏ ਤਾਂ ਇਹਨਾਂ ਦੇ ਜਿਹੜੇ ਪਹਿਲੇ ਬੋਲ ਸੀ, ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ, ਅਰਥਾਤ ਸਭ ਈਸ਼ਵਰ ਦੇ ਬੱਚੇ ਹੈ ਪਰੰਤੂ ਰਾਹ ਤੋਂ ਭਟਕੇ ਹੋਏ ਹੈ ਜੀ। ਮਤਲਬ ਕੋਈ ਹਿੰਦੂ ਨਹੀਂ ਹੈ, ਕੋਈ ਮੁਸਲਮਾਨ ਨਹੀਂ ਹੈ, ਸਾਰੇ ਆਪਣੇ ਰਾਹ ਤੋਂ ਭਟਕੇ ਹੋਏ ਹੈ। ਦੈਟਸ ਵਾਈ ਆ ਬੋਲ ਹੈ ਜਿਹੜੇ ਬਹੁਤ ਵਾਰ ਪੁੱਛੇ ਜਾਂਦੇ ਨੇ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗਿਆਨ ਪ੍ਰਾਪਤੀ ਤੋਂ ਬਾਅਦ ਪਹਿਲੇ ਬੋਲ ਕਿਹੜੇ ਸੀਗੇ ਜੀ। ਸੋ ਬਹੁਤ ਇੰਪੋਰਟੈਂਟ ਹੈ ਜੀ, ਤੁਹਾਨੂੰ ਬਹੁਤ ਹੀ ਰੇਅਰ ਸਟੂਡੈਂਟਸ ਇਸ ਚੀਜ਼ ਤੋਂ ਜਾਣੂ ਹੋਣਗੇ। In those 3 days, ਸ਼੍ਰੀ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ had become one with God, ਉਹ ਪਰਮਾਤਮਾ ਨਾਲ ਇੱਕਮਿਕ ਹੋ ਚੁੱਕੇ ਸੀ। ਵੈਰੀ ਇੰਪੋਰਟੈਂਟ, he had merged into ਅਕਾਲ ਪੁਰਖ, ਉਹ ਅਕਾਲ ਪੁਰਖ ਨਾਲ ਮਰਜ ਹੋ ਚੁੱਕੇ ਸੀ। ਐਂਡ ਆ ਪਏ ਜੀ ਤੁਹਾਡੇ 3 ਕੁਐਸਚਨ। he
ਹੇਅਰ ਹੀ ਰਿਸੀਵਡ ਦਾ ਨਾਮ, ਉਹਨਾਂ ਨੂੰ ਨਾਮ ਕਿੱਥੋਂ ਪ੍ਰਾਪਤ ਹੋਇਆ ਸੀਗਾ ਜੀ? ਯਾਦ ਰੱਖਿਓ ਜੀ, ਕਾਲੀ ਬੇਈ ਰਿਵਰ, ਸੁਲਤਾਨਪੁਰ ਲੋਧੀ ਇੱਥੋਂ ਨਾਮ ਪ੍ਰਾਪਤ ਹੋਇਆ ਸੀਗਾ। ਗੁਰਸ਼ਿਪ ਕਿੱਥੋਂ ਪ੍ਰਾਪਤ ਹੋਈ ਹੈ? ਗੁਰਗੱਦੀ ਕਿੱਥੋਂ ਚੱਲੀ ਸੀਗੀ? ਆ ਸੁਲਤਾਨਪੁਰ ਲੋਧੀ ਦੀ ਕਾਲੀ ਬੇਈ ਰਿਵਰ ਤੋਂ ਹੋਈ ਸੀ ਜੀ। ਉਹਨਾਂ ਨੂੰ ਸਰੋਪਾ ਕਿੱਥੇ ਮਿਲਿਆ ਸੀਗਾ ਜੀ? ਆ 3 ਕੁਐਸਚਨ ਹੈ ਜੀ ਜਿਹੜੇ ਕਿ ਬਹੁਤ ਸਾਰੇ ਥਾਂ ਤੇ ਤੁਸੀਂ, ਮਾਸਟਰ ਕੈਡਰ ਵਾਲੇ ਬੱਚੇ ਵੀ ਇਸ ਚੀਜ਼ ਤੋਂ ਅਣਜਾਣ ਹੁੰਦੇ ਆ, ਪਰੰਤੂ ਤੁਸੀਂ ਇੱਕ ਮਾਸਟਰ ਕੈਡਰ ਦੀ ਤਿਆਰੀ ਕਰ ਰਹੇ ਹੋ ਤਾਂ ਮੈਂ ਤੁਹਾਨੂੰ ਵਾਰ-ਵਾਰ ਕਹਾਂਗਾ ਇਹ ਚੀਜ਼ਾਂ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਤੁਹਾਡੇ ਲਈ, ਇਹਨਾਂ ਨੂੰ ਧਿਆਨ 'ਚ ਰੱਖੋਗੇ। ਅੱਛਾ, ਜਿੱਥੇ ਗਿਆਨ ਪ੍ਰਾਪਤੀ ਹੋਈ ਸੀ, ਮੈਂ ਇੱਥੇ ਫਿਰ ਕਲੀਅਰ ਕਰਦਾ, ਜਿੱਥੇ ਗਿਆਨ ਪ੍ਰਾਪਤੀ ਹੋਈ ਸੀਗੀ ਉਹ ਜਗ੍ਹਾ ਵੀ ਤੁਹਾਡੇ ਨਾਲ ਸਾਂਝੀ ਕਰਨੀ ਬਣਦੀ ਹੈ। ਉਸ ਦਾ ਨਾਮ ਹੈ ਗੁਰਦੁਆਰਾ ਸੰਤ ਘਾਟ ਸਾਹਿਬ। ਗੁਰਦੁਆਰਾ ਸੰਤ ਘਾਟ ਸਾਹਿਬ, a very very important ਗੁਰਦੁਆਰਾ ਸਾਹਿਬ on the bank of Kali Bei river where he received Naam, Saropa and Gurship. All these 3 important points are here and ਉਹ ਤੁਸੀਂ ਕਹਿ ਸਕਦੇ ਹੋ ਗੁਰਦੁਆਰਾ ਸੰਤ ਘਾਟ ਸਾਹਿਬ। ਕੁਐਸਚਨ ਕਿੱਥੇ ਆ ਸਕਦਾ ਵੀ ਕਿੱਥੇ ਹੈ ਜੀ? ਸੁਲਤਾਨਪੁਰ ਲੋਧੀ ਹੈ ਜੀ। ਗੁਰਦੁਆਰਾ ਕੰਧ ਸਾਹਿਬ ਕਿੱਥੇ ਹੈ ਜੀ? ਬਟਾਲਾ, ਜਿੱਥੇ ਉਹਨਾਂ ਦੀ ਬਰਾਤ ਗਈ ਸੀ। ਠੀਕ ਹੈ, ਤੇ ਜਿੱਥੇ ਜਿਹੜੇ ਕੰਢੇ ਤੇ ਗਿਆਨ ਪ੍ਰਾਪਤ ਹੋਇਆ ਸੀ ਗੁਰਦੁਆਰਾ ਸੰਤ ਘਾਟ ਸਾਹਿਬ। ਇੱਥੇ 3 ਚੀਜ਼ਾਂ ਸਾਹਮਣੇ ਆਉਂਦੀਆਂ, 3 ਚੀਜ਼ਾਂ ਸਾਹਮਣੇ ਆਉਂਦੀਆਂ। ਕਿਹੜੇ? ਇੱਕ ਓੰਕਾਰ ਦਾ ਮੂਲ ਮੰਤਰ, ਇੱਕ ਓੰਕਾਰ ਸਤਨਾਮ ਦਾ ਮੂਲ ਮੰਤਰ ਕਹਿ ਸਕਦੇ ਹੋ। ਇਸੇ ਜਗ੍ਹਾ ਤੇ ਤੁਹਾਨੂੰ ਇਸ ਦਾ ਜਨਮ ਸਥਾਨ ਹੈ ਇਸ ਸ਼ਬਦ ਦਾ। ਨਾ ਹਮ ਹਿੰਦੂ ਨਾ ਮੁਸਲਮਾਨ ਅੰਗ ਯਾਨੀ ਪੰਨਾ ਨੰਬਰ 1136 ਕਹਿ ਸਕਦੇ ਹੋ। ਸ਼੍ਰੀ ਗੁਰੂ ਅਰਜਨ ਦੇਵ ਜੀ ਹਮ ਢਾਡੀ ਵੈਕਾਰ ਕਾਰੇ ਲਾਇਆ, ਮਤਲਬ ਵਿਹਲੇ ਫਿਰਦੇ ਸੀਗੇ, ਜਿਸ ਪ੍ਰਮਾਤਮਾ ਦੀ ਹੋਂਦ ਨੂੰ ਭਾਲਣ 'ਚ ਲੱਗੇ ਹੋਏ ਸੀਗੇ, ਉਹ ਜਾ ਕੇ ਸਾਨੂੰ ਅੱਜ ਮਿਲਿਆ ਜਾ ਕੇ, ਯਾਨੀ 1499 ਦੇ ਵਿੱਚ ਜਿਹੜਾ ਉਸ ਚੀਜ਼ ਬਾਰੇ ਰਾਬਤਾ ਕਰ ਰਹੇ ਸੀਗੇ ਆਪਾਂ। ਠੀਕ ਹੈ, ਸੋ ਗੱਲ ਕਰ ਲੈਂਦੇ ਹਾਂ ਗੁਰਦੁਆਰਾ ਬੇਰ ਸਾਹਿਬ। ਗੁਰਦੁਆਰਾ ਬੇਰ ਸਾਹਿਬ, ਜਿਵੇਂ ਕਿ ਤੁਹਾਨੂੰ ਪਤਾ ਹੈ, ਇੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਬਰਾਤ ਵੀ ਇੱਥੋਂ ਹੀ ਲੰਘੀ ਸੀਗੀ। ਜੇ ਤੁਹਾਨੂੰ ਪਤਾ ਹੋਵੇਗਾ ਤਲਵੰਡੀ ਸਾਬੋ ਤੋਂ ਬਰਾਤ ਹੁੰਦੀ ਹੋਈ ਪਹਿਲਾਂ ਸੁਲਤਾਨਪੁਰ ਲੋਧੀ ਬੀਬੀ ਨਾਨਕੀ ਦੇ ਘਰੇ ਆਈ ਸੀਗੀ, ਉੱਥੋਂ ਫਿਰ ਬਰਾਤ ਹੈ ਜਿਹੜੀ ਅੱਗੇ ਮੂਵ ਹੁੰਦੀ ਹੋਈ ਬਟਾਲਾ ਪਹੁੰਚੀ ਸੀ। ਇਹ ਕ੍ਰਮ ਰਿਹਾ ਸੀ ਬਰਾਤ ਦਾ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਕੀਮਤੀ 14 ਸਾਲ 9 ਮਹੀਨੇ ਤੇ 13 ਦਿਨ ਇੱਥੇ ਸੁਲਤਾਨਪੁਰ ਲੋਧੀ ਬਤੀਤ ਕੀਤੇ ਹੈ। ਤੇ ਜਿਹੜੇ ਬੇੜ ਦੇ ਪੇੜ ਦੇ ਹੇਠਾਂ ਬੈਠ ਕੇ ਉਹਨਾਂ ਨੇ ਸਿਮਰਨ ਕਰਿਆ ਕਰਦੇ ਸੀਗੇ, ਉਸ ਥਾਂ ਤੇ ਬਣਿਆ ਗੁਰਦੁਆਰਾ ਬੇਰ ਸਾਹਿਬ। ਯਾਦ ਰਹੇ, ਤਪ ਸਥਾਨ, ਮੈਡੀਟੇਸ਼ਨ ਵੀ ਬਣਿਆ ਜਿੱਥੇ ਬੈਠ ਕੇ ਉਹ ਸਿਮਰਨ ਕਰਿਆ ਕਰਦੇ ਸੀ, ਭਗਤੀ ਭਾਵ ਨਾਲ ਬਹਿੰਦੇ ਹੁੰਦੇ ਸੀਗੇ। ਸੋ ਇਹ ਧਿਆਨ 'ਚ ਰੱਖੋਗੇ। ਗੁਰਦੁਆਰਾ ਬੇਬੇ ਨਾਨਕੀ ਵੀ ਇੱਥੇ ਹੀ ਹੈ, ਕਿਉਂਕਿ 5 ਸਾਲ ਵੱਡੇ ਸੀਗੇ। ਤੁਹਾਨੂੰ ਪਤਾ ਹੈ ਇੱਥੇ ਸੁਲਤਾਨਪੁਰ ਲੋਧੀ ਉਹਨਾਂ ਨੇ 14 ਸਾਲ 9 ਮਹੀਨੇ ਤੇ 13 ਦਿਨ ਬਤੀਤ ਕੀਤੇ ਹੈ। ਸੋ ਇਹ ਉਹੀ ਪਵਿੱਤਰ ਜਗ੍ਹਾ ਹੈਗੀ ਹੈ। ਮੈਂ ਇੱਥੋਂ ਜਿਹੜਾ ਕੁਐਸਚਨ ਹਾਈਲਾਈਟ ਕਰਨਾ ਚਾਹੂੰਗਾ ਉਹ ਕੀ ਹੈ? ਬੀਬੀ ਨਾਨਕੀ ਜੀ ਵਾਸ ਦਾ ਫਸਟ ਸਿੱਖ। ਕੁਐਸਚਨ ਆ ਸਕਦਾ ਹੈ, ਹੂ ਵਾਸ ਦਾ ਫਸਟ ਸਿੱਖ, ਹੂ ਇਜ਼ ਦਾ ਫਸਟ ਸਿੱਖ, ਪਹਿਲਾ ਸਿੱਖ ਕਿਹਨੂੰ ਕਿਹਾ ਜਾਂਦਾ ਹੈ? ਤਾਂ ਯਾਦ ਰੱਖਿਓ ਜੀ, ਵਾਰ-ਵਾਰ ਇੱਥੇ ਤੁਹਾਡੇ ਨਾਲ ਸਾਂਝਾ ਕਰ ਰਿਹਾ ਵੀ ਬੀਬੀ ਨਾਨਕੀ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਹਿਲੇ ਸਿੱਖ ਕਾਊਂਟ ਕੀਤੇ ਜਾਂਦੇ ਆ ਜੀ। ਸੋ ਮੈਂ ਇੱਥੋਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਜੀ। ਕਿ ਇੱਕ ਗੱਲ ਹੋਰ ਧਿਆਨ 'ਚ ਰੱਖੋਗੇ ਤੁਸੀਂ ਕਿ ਉਹਨਾਂ ਦੇ ਜਿਹੜੇ ਵਿਆਹ ਦੀ ਰਸਮਾਂ ਕਿੱਥੇ ਹੋਈਆਂ ਸੀਗੀਆਂ? ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਭੈਣ ਬੀਬੀ ਨਾਨਕੀ ਜੀ ਦੇ ਘਰੋਂ ਜਿਹੜੀਆਂ ਰਸਮਾਂ ਹੋਈਆਂ ਸੀਗੀਆਂ ਜੀ। ਸੋ ਇਹ ਸੀ ਆਪਣਾ ਪਹਿਲਾ ਡੈਮੋ ਕਲਾਸ। ਰਾਜੇ ਇੱਕ ਛੋਟੀ ਜੀ ਪਹਿਲ ਕਦਮੀ ਕਰ ਰਹੇ ਆ। ਆਫਲਾਈਨ 'ਚ ਤਾਂ ਕਹਿਣ ਦੀ ਲੋੜ ਹੀ ਨਹੀਂ, ਆਨਲਾਈਨ ਦੇ ਵਿੱਚ ਤੁਹਾਡਾ ਸਪੋਰਟ ਚਾਹੀਦਾ ਹੈ। ਆਪਾਂ ਇੱਕ ਛੋਟਾ ਜਿਹਾ ਐਫਰਟ ਕੀਤਾ ਆਨਲਾਈਨ ਕੋਰਸ ਦਾ। ਜੇਕਰ ਤੁਹਾਨੂੰ ਲੱਗਦਾ ਹੈ ਕਿ ਇਹ ਸੈਸ਼ਨ ਤੁਹਾਡੇ ਲਈ ਹੈਲਪਫੁਲ ਹੈ ਤਾਂ ਸੈਸ਼ਨ ਨੂੰ ਲਾਈਕ ਕਰਨਾ ਹੈ, ਆਪਣੇ ਫਰੈਂਡਸ ਨਾਲ ਸ਼ੇਅਰ ਕਰਨਾ ਹੈ। ਕਮੈਂਟ ਸੈਕਸ਼ਨ 'ਚ ਆਪਣੇ ਕੀਮਤੀ ਵਿਚਾਰ ਜ਼ਰੂਰ ਸਾਂਝੇ ਕਰੋਗੇ, ਕਿਉਂਕਿ ਉਹ ਤੁਹਾਡੇ ਜਿਹੜੇ ਵਿਚਾਰ ਨੇ ਉਹ ਸਾਡੇ ਲਈ ਇੱਕ ਫੀਡਬੈਕ ਦਾ ਕੰਮ ਕਰਨਗੇ ਤਾਂ ਕਿ ਅਸੀਂ ਅੱਗੇ ਵੀ ਤੁਹਾਡੇ ਲਈ ਕੁਝ ਚੰਗਾ ਕਰ ਸਕੀਏ। ਸੋ ਮੈਂ ਤੁਹਾਡੇ ਕਮੈਂਟਸ ਦੀ ਵੇਟ ਕਰਾਂਗਾ। ਵੀਡੀਓ ਨੂੰ ਵੱਧ ਤੋਂ ਵੱਧ ਫਰੈਂਡਸ ਨਾਲ ਸ਼ੇਅਰ ਕਰੋ। ਤੁਸੀਂ ਭਾਵੇਂ ਮਾਸਟਰ ਕੈਡਰ ਦੀ ਤਿਆਰੀ ਕਰ ਰਹੇ ਹੋ, ਆਹ ਚੀਜ਼ਾਂ ਤੁਹਾਡੇ ਕੰਮ ਆਉਣਗੀਆਂ। ਆਹ ਜਿਹੜੀ PDF ਹੈ ਆਪਾਂ ਟੈਲੀਗ੍ਰਾਮ ਤੇ ਸ਼ੇਅਰ ਕਰ ਦਾਂਗੇ ਤੁਹਾਡੇ ਨਾਲ। ਸੋ ਸਟੱਡੀ ਬਜ਼ਰ ਆਨਲਾਈਨ ਆ ਰਿਹਾ ਹੈ। ਵੀਡੀਓ ਨੂੰ ਲਾਈਕ ਕਰੋ, ਵੀਡੀਓ ਨੂੰ ਆਪਣੇ ਫਰੈਂਡਸ ਨਾਲ ਸ਼ੇਅਰ ਕਰੋ। ਜੇਕਰ ਤੁਸੀਂ ਚੈਨਲ ਤੇ ਨਵੇਂ ਚੱਲ ਕੇ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਸੋ ਥੈਂਕਸ ਟੂ ਆਲ ਆਫ ਯੂ।